ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਨੈਪੋਲੀਅਨ ਹਿੱਲ ਦੁਆਰਾ ਲਿਖੀ ਕਿਤਾਬ ਅਮੀਰੀ ਦੀ ਚਾਬੀ। ਸਕਾਰਾਤਮਕ ਮਾਨਸਿਕ ਨਜ਼ਰੀਏ ਦਾ ਮਹੱਤਵ। ਆਸਥਾ ਵਿਸ਼ਵਾਸ ਨਿਸ਼ਚਿਤ ਉਦੇਸ਼ ਤੋਂ ਸ਼ੁਰੂ ਹੁੰਦਾ ਹੈ। ਜਦੋਂ ਸਕਾਰਾਤਮਕ ਮਾਨਸਿਕ ਨਜ਼ਰੀਆ ਵਿਕਸਿਤ ਕਰਕੇ ਦਿਮਾਗ ਨੂੰ ਤਿਆਰ ਕਰ ਲਿਆ ਜਾਂਦਾ ਹੈ ਤਦ ਵਿਸ਼ਵਾਸ ਪੈਦਾ ਹੁੰਦਾ ਹੈ। ਜਦੋਂ ਨਿਸ਼ਚਿਤ ਉਦੇਸ਼ ਹਾਸਲ ਕਰਨ ਦੀ ਦਿਸ਼ਾ ਵਿੱਚ ਮਿਹਨਤ ਕੀਤੀ ਜਾਂਦੀ ਹੈ ਤਾਂ ਵਿਸ਼ਵਾਸ ਸ਼ਕਤੀਸ਼ਾਲੀ ਬਣਦਾ ਹੈ। ਇਨਸਾਨ ਆਪਣੇ ਸਾਰੇ ਕੰਮ 9 ਮੁੱਢਲੇ ਉਦੇਸ਼ਾਂ ਵਿੱਚੋਂ ਇੱਕ ਜਾਂ ਉਸ ਤੋਂ ਵਧੇਰੇ ਉਦੇਸ਼ਾਂ ਤੋਂ ਪ੍ਰੇਰਿਤ ਹੋ ਕੇ ਕਰਦਾ ਹੈ। ਇਸ ਲਈ ਉਦੇਸ਼ ਬਣਾਉਣਾ ਜਾਂ ਵਿਸ਼ਵਾਸ ਵਿਕਸਿਤ ਕਰਨਾ ਕਠਿਨ ਨਹੀਂ ਹੈ। ਮੰਨ ਲਓ ਕੋਈ ਵਿਅਕਤੀ ਪ੍ਰੇਮ ਦੇ ਉਦੇਸ਼ ਤੋਂ ਪ੍ਰੇਰਿਤ ਹੈ। ਇਹ ਦੇਖੋ ਕਿ ਵਿਸ਼ਵਾਸ ਦੀ ਬਦੌਲਤ ਉਸ ਨੂੰ ਕੰਮ ਕਰਨ ਲਈ ਖੰਭ ਕਿੰਨੀ ਛੇਤੀ ਲੱਗ ਜਾਂਦੇ ਹਨ। ਕੰਮ ਉਸ ਲਈ ਬੋਝ ਨਹੀਂ ਬਲਕਿ ਪ੍ਰੇਮ ਪੂਰਵਕ ਮਿਹਨਤ ਬਣ ਜਾਂਦਾ ਹੈ, ਜੋ 12 ਦੌਲਤਾਂ ਵਿੱਚੋਂ ਇੱਕ ਹੈ। ਮੰਨ ਲਓ ਕੋਈ ਵਿਅਕਤੀ ਭੌਤਿਕ ਦੌਲਤ ਇਕੱਠੀ ਕਰਨੀ ਚਾਹੁੰਦਾ ਹੈ। ਇਹ ਦੇਖੋ ਕਿ ਕਿੰਨੀ ਛੇਤੀ ਉਸ ਦਾ ਹਰ ਕੰਮ ਉਸ ਦੀ ਮਿਹਨਤ ਬਣ ਜਾਂਦਾ ਹੈ। ਉਸ ਨੂੰ ਦਿਨ ਦੇ ਘੰਟੇ ਘੱਟ ਲੱਗਦੇ ਹਨ। ਹਾਲਾਂਕਿ ਮਿਹਨਤ ਬਹੁਤ ਹੁੰਦੀ ਹੈ, ਪਰ ਉਸ ਦੀ ਥਕਾਨ ਸਵੈ ਪ੍ਰਗਟਾ ਦੀ ਖੁਸ਼ੀ ਕਾਰਨ ਘੱਟ ਹੋ ਜਾਂਦੀ ਹੈ, ਜੋ 12 ਦੌਲਤਾਂ ਵਿੱਚੋਂ ਇੱਕ ਹੈ। ਜੋ ਵਿਅਕਤੀ ਆਪਣੇ ਦਿਮਾਗ ਨੂੰ ਵਿਸ਼ਵਾਸ ਰਾਹੀਂ ਸਵੈ ਪ੍ਰਗਟਾ ਲਈ ਤਿਆਰ ਕਰਦਾ ਹੈ, ਉਸ ਦੀ ਜ਼ਿੰਦਗੀ ਦੀਆਂ ਰੁਕਾਵਟਾਂ ਇੱਕ ਇੱਕ ਕਰਕੇ ਦੂਰ ਹੁੰਦੀਆਂ ਜਾਂਦੀਆਂ ਹਨ। ਸਫਲਤਾ ਪੱਕਾ ਇਰਾਦਾ ਬਣ ਜਾਂਦੀ ਹੈ। ਉਸ ਦੇ ਹਰ ਯਤਨ ਦਾ ਨਤੀਜਾ ਸੁਖਾਂਤ ਹੁੰਦਾ ਹੈ। ਉਸ ਕੋਲ ਨਫ਼ਰਤ ਲਈ ਨਾ ਤਾਂ ਸਮਾਂ ਹੁੰਦਾ ਹੈ ਨਾ ਹੀ ਇੱਛਾ। ਉਹ ਸੁਭਾਵਿਕ ਤੌਰ 'ਤੇ ਸਹਿਜ ਸੰਬੰਧ ਬਣਾ ਲੈਂਦਾ ਹੈ। ਉਸ ਦੇ ਮਨ ਵਿੱਚ ਸਫਲਤਾ ਦੀ ਪ੍ਰਬਲ ਉਮੀਦ ਹੁੰਦੀ ਹੈ, ਕਿਉਂਕਿ ਉਹ ਆਪਣੇ ਨਿਸ਼ਚਿਤ ਉਦੇਸ਼ ਨੂੰ ਮਾਨਸਿਕ ਰੂਪ ਵਿੱਚ ਪਹਿਲਾਂ ਹੀ ਪ੍ਰਾਪਤ ਕਰ ਚੁੱਕਾ ਹੈ। ਹੁਣ ਖੁੱਲ੍ਹਾ ਦਿਮਾਗ ਚਿੜਚਿੜੇਪਣ ਨਾਲ ਭਰ ਜਾਂਦਾ ਹੈ। ਸਵੈ ਅਨੁਸ਼ਾਸਨ ਰੋਟੀ ਖਾਣ ਵਾਂਗ ਸਹਿਜ ਬਣ ਜਾਂਦਾ ਹੈ। ਉਹ ਵਿਅਕਤੀ ਲੋਕਾਂ ਨੂੰ ਸਮਝਾਉਂਦਾ ਹੈ ਕਿਉਂਕਿ ਉਹ ਉਹਨਾਂ ਨੂੰ ਪਿਆਰ ਕਰਦਾ ਹੈ ਅਤੇ ਉਸ ਪਿਆਰ ਕਰਕੇ ਆਪਣੀਆਂ ਨਿਆਮਤਾਂ ਵੰਡਣੀਆਂ ਚਾਹੁੰਦਾ ਹੈ। ਉਸ ਨੂੰ ਕੋਈ ਡਰ ਨਹੀਂ ਹੁੰਦਾ ਕਿਉਂਕਿ ਉਸ ਦੇ ਵਿਸ਼ਵਾਸ ਨੇ ਸਾਰੇ ਡਰ ਦੂਰ ਕਰ ਦਿੱਤੇ ਹੁੰਦੇ ਹਨ। ਹੌਲੀ ਹੌਲੀ ਉਹ 12 ਦੌਲਤਾਂ ਦਾ ਮਾਲਕ ਬਣ ਜਾਂਦਾ ਹੈ। ਵਿਸ਼ਵਾਸ ਰਾਹੀਂ ਮਨੁੱਖ ਰੱਬ ਦਾ ਧੰਨਵਾਦ ਕਰਦਾ ਹੈ। ਡਰ ਇਸ ਲਈ ਭੈੜਾ ਹੈ ਕਿਉਂਕਿ ਇਹ ਰੱਬ ਵਿੱਚ ਵਿਸ਼ਵਾਸ ਦੀ ਕਮੀ ਦਰਸਾਉਂਦਾ ਹੈ। ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਉਹਨਾਂ 4 ਸਿਧਾਂਤਾਂ ਤੋਂ ਮਿਲ ਸਕਦੀ ਹੈ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ। ਇਹ ਸਿਧਾਂਤ ਇਸ ਫਿਲਾਸਫੀ ਦੇ 4 ਸਭ ਤੋਂ ਮਹੱਤਵਪੂਰਨ ਸਿਧਾਂਤ ਹਨ, ਕਿਉਂਕਿ ਇਹ ਵਿਚਾਰ ਦੀ ਸ਼ਕਤੀ ਅਤੇ ਆਤਮਾ ਦੇ ਅੰਦਰੂਨੀ ਰਹੱਸ ਦੀ ਚਾਬੀ ਦੇ ਪ੍ਰਮੁੱਖ ਥੰਮ ਹਨ। ਜੇ ਤੁਸੀਂ ਇਸ ਚਾਬੀ ਦੀ ਸਮਝਦਾਰੀ ਨਾਲ ਵਰਤੋਂ ਕਰੋਗੇ ਤਾਂ ਤੁਸੀਂ ਸੁਤੰਤਰਤਾ ਪ੍ਰਾਪਤ ਕਰ ਲਵੋਗੇ। ਕੁਝ ਲੋਕ ਜਿਨ੍ਹਾਂ ਨੂੰ ਚਾਬੀ ਮਿਲ ਗਈ। ਕੁਝ ਲੋਕ ਇਹ ਪੁੱਛਣਾ ਚਾਹਣਗੇ, ਵਿਅਕਤੀ ਇਸ ਰਹੱਸਮਈ ਅੰਦਰੂਨੀ ਸ਼ਕਤੀ ਦੇ ਨੁਕਸ ਵਿੱਚ ਕਿਵੇਂ ਕੱਢ ਸਕਦਾ ਹੈ। ਆਓ ਅਸੀਂ ਦੇਖਦੇ ਹਾਂ ਕਿ ਦੂਜਿਆਂ ਨੇ ਇਸ ਨੂੰ ਕਿਵੇਂ ਨਕਾਰਿਆ ਹੈ। ਫਰੈਂਕ ਗੁਸਾਲ ਨਾਮ ਦੇ ਨੌਜਵਾਨ ਪਾਦਰੀ ਦੀ ਬਹੁਤ ਸਮੇਂ ਤੋਂ ਇੱਛਾ ਸੀ ਕਿ ਉਹ ਇੱਕ ਨਵੀਂ ਤਰ੍ਹਾਂ ਦਾ ਕਾਲਜ ਖੋਲ੍ਹੇ। ਉਹ ਜਾਣਦਾ ਸੀ ਕਿ ਉਹ ਕੀ ਚਾਹੁੰਦਾ ਸੀ। ਸਮੱਸਿਆ ਇਹ ਸੀ ਕਿ ਇਸ ਕੰਮ ਲਈ ਉਸ ਨੂੰ $10 ਲੱਖ ਦੀ ਲੋੜ ਸੀ। ਉਸ ਨੇ $10 ਲੱਖ ਹਾਸਲ ਕਰਨ ਦੀ ਸਹੁੰ ਖਾਧੀ। ਨਿਸ਼ਚਿਤ ਉਦੇਸ਼ ਉੱਪਰ ਆਧਾਰਿਤ ਨਿਸ਼ਚਿਤ ਫੈਸਲਾ ਉਸ ਦੀ ਯੋਜਨਾ ਦਾ ਪਹਿਲਾ ਕਦਮ ਬਣ ਗਿਆ। ਫਿਰ ਉਸ ਨੇ ਇੱਕ ਭਾਸ਼ਣ ਲਿਖਿਆ, ਜੇ ਮੇਰੇ ਕੋਲ $10 ਲੱਖ ਹੋਣ ਤਾਂ ਮੈਂ ਕੀ ਕਰਾਂਗਾ। ਉਸ ਨੇ ਅਖਬਾਰਾਂ ਵਿੱਚ ਇਹ ਛਪਵਾ ਦਿੱਤਾ ਕਿ ਉਹ ਐਤਵਾਰ ਦੀ ਸਵੇਰ ਚਰਚ ਵਿੱਚ ਇਸ ਵਿਸ਼ੇ ਉੱਪਰ ਭਾਸ਼ਣ ਦੇਵੇਗਾ। ਜਦੋਂ ਚਰਚ ਵਿੱਚ ਉਸ ਦਾ ਭਾਸ਼ਣ ਖਤਮ ਹੋਇਆ ਤਾਂ ਇੱਕ ਓਪਰਾ ਬੰਦਾ ਉੱਠ ਕੇ ਅੱਗੇ ਆਇਆ। ਉਸ ਨੇ ਪਾਦਰੀ ਵੱਲ ਹੱਥ ਵਧਾ ਕੇ ਕਿਹਾ, ਮੈਨੂੰ ਤੁਹਾਡਾ ਭਾਸ਼ਣ ਚੰਗਾ ਲੱਗਾ। ਜੇ ਤੁਸੀਂ ਕੱਲ੍ਹ ਸਵੇਰੇ ਦਫ਼ਤਰ ਵਿੱਚ ਆ ਜਾਓ ਤਾਂ ਮੈਂ ਤੁਹਾਨੂੰ $10 ਲੱਖ ਦੇ ਦਿਆਂਗਾ। ਉਹ ਵਿਅਕਤੀ ਕੋਈ ਹੋਰ ਨਹੀਂ ਬਲਕਿ ਆਰਮਰ ਐਂਡ ਕੰਪਨੀ ਦਾ ਬਾਨੀ ਫਿਲਿਪ ਡੀ ਆਰਮਰ ਸੀ। ਉਸ ਦੇ ਉਸ ਤੋਹਫ਼ੇ ਨਾਲ ਆਰਮਰ ਸਕੂਲ ਆਫ ਟੈਕਨੋਲੋਜੀ ਸ਼ੁਰੂ ਹੋਇਆ, ਜੋ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਸਿੱਖਿਆ ਸੰਸਥਾਵਾਂ ਵਿੱਚੋਂ ਇੱਕ ਹੈ। ਉਸ ਨੌਜਵਾਨ ਪਾਦਰੀ ਦੇ ਦਿਮਾਗ ਵਿੱਚ ਅਜਿਹਾ ਕੀ ਹੋਇਆ ਜਿਸ ਕਰਕੇ ਉਹ ਉਸ ਰਹੱਸਮਈ ਸ਼ਕਤੀ ਦੇ ਸੰਪਰਕ ਵਿੱਚ ਆਇਆ ਜੋ ਹਰ ਇਨਸਾਨ ਦੇ ਦਿਮਾਗ ਵਿੱਚ ਹੁੰਦੀ ਹੈ। ਇਸ ਦਾ ਸਿਰਫ ਅੰਦਾਜ਼ਾ ਹੀ ਲਗਾ ਸਕਦੇ ਹਾਂ, ਪਰ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ
ਕਿ ਵਿਸ਼ਵਾਸ ਕਾਰਨ ਉਹ ਸ਼ਕਤੀ ਪ੍ਰੇਰਿਤ ਹੋਈ ਸੀ। ਜਨਮ ਤੋਂ ਕੁਝ ਸਮੇਂ ਬਾਅਦ ਹੀ ਹੈਲਨ ਕੇਲਰ ਦੀਆਂ ਦੇਖਣ, ਸੁਣਨ ਅਤੇ ਬੋਲਣ ਦੀਆਂ ਸ਼ਕਤੀਆਂ ਚਲੀਆਂ ਗਈਆਂ। 5 ਸਰੀਰਕ ਇੰਦਰੀਆਂ ਵਿੱਚੋਂ 2 ਸਭ ਤੋਂ ਮਹੱਤਵਪੂਰਨ ਇੰਦਰੀਆਂ ਹਮੇਸ਼ਾ ਲਈ ਖਤਮ ਹੋ ਗਈਆਂ। ਉਸ ਦੇ ਸਾਹਮਣੇ ਅਜਿਹੀਆਂ ਔਕੜਾਂ ਸਨ ਜਿਸ ਦਾ ਵਧੇਰੇ ਲੋਕਾਂ ਨੂੰ ਤਾਂ ਜੀਵਨ ਭਰ ਅਹਿਸਾਸ ਵੀ ਨਹੀਂ ਹੁੰਦਾ। ਤਦੇ ਉਸ ਦੇ ਜੀਵਨ ਵਿੱਚ ਇੱਕ ਦਿਆਲੂ ਇਸਤਰੀ ਆਈ। ਉਸ ਦੀ ਮਦਦ ਨਾਲ ਕੇਲਰ ਨੇ ਉਸ ਰਹੱਸਮਈ ਸ਼ਕਤੀ ਨੂੰ ਜਾਣਿਆ ਜੋ ਅੰਦਰੋਂ ਆਉਂਦੀ ਹੈ। ਕੇਲਰ ਉਸ ਸ਼ਕਤੀ ਦੇ ਸੰਪਰਕ ਵਿੱਚ ਆਉਣ ਲੱਗੀ ਅਤੇ ਉਸ ਦਾ ਪ੍ਰਯੋਗ ਕਰਨ ਲੱਗੀ। ਉਸ ਨੇ ਇਹ ਸ਼ਕਤੀ ਕਿਵੇਂ ਹਾਸਲ ਕੀਤੀ, ਇਸ ਦਾ ਰਾਜ਼ ਦੱਸਦਿਆਂ ਉਸ ਨੇ ਇਹ ਕਿਹਾ, ਸਹੀ ਤਰ੍ਹਾਂ ਸਮਝੇ ਜਾਣ ਉੱਤੇ ਵਿਸ਼ਵਾਸ ਅਜਾਈ ਨਹੀਂ ਜਾਂਦਾ, ਬਲਕਿ ਕਾਰਜਸ਼ੀਲ ਹੁੰਦਾ ਹੈ। ਟੁੱਟੇ ਵਿਸ਼ਵਾਸ ਵਿੱਚ ਉਤਨੀ ਹੀ ਸ਼ਕਤੀ ਹੁੰਦੀ ਹੈ ਜਿੰਨੀ ਕਿ ਉਸ ਅੱਖ ਵਿੱਚ ਹੁੰਦੀ ਹੈ ਜੋ ਦੇਖ ਤਾਂ ਸਕਦੀ ਹੈ ਪਰ ਦੇਖਦੀ ਨਹੀਂ। ਕਾਰਜਸ਼ੀਲ ਆਸਥਾ ਵਿਸ਼ਵਾਸ ਨੂੰ ਡਰ ਨਹੀਂ ਹੁੰਦਾ। ਇਹ ਇਸ ਗੱਲ ਨੂੰ ਨਹੀਂ ਮੰਨਦੀ ਕਿ ਰੱਬ ਆਪਣੀਆਂ ਸੰਤਾਨਾਂ ਨੂੰ ਧੋਖਾ ਦਿੰਦਾ ਹੈ ਅਤੇ ਦੁਨੀਆ ਨੂੰ ਹਨੇਰੇ ਵਿੱਚ ਰੱਖਦਾ ਹੈ। ਇਹ ਨਿਰਾਸ਼ਾ ਨੂੰ ਨਾਮਨਜ਼ੂਰ ਕਰ ਦਿੰਦੀ ਹੈ। ਵਿਸ਼ਵਾਸ ਦੀ ਸ਼ਕਤੀ ਹੋਵੇ ਤਾਂ ਕਮਜ਼ੋਰ ਆਦਮੀ ਵੀ ਸ਼ਕਤੀਸ਼ਾਲੀ ਬਣ ਜਾਂਦਾ ਹੈ। ਵਿਸ਼ਵਾਸ ਕਾਰਨ ਹੀ ਹੈਲਨ ਕੇਲਰ ਨੇ ਆਪਣੀ ਔਂਕੜ ਉੱਪਰ ਜਿੱਤ ਪ੍ਰਾਪਤ ਕੀਤੀ ਅਤੇ ਸੁਨਹਿਰਾ ਜੀਵਨ ਜੀ ਸਕੀ। ਵਿਸ਼ਵਾਸ ਕਾਰਨ ਹੀ ਹੈਲਨ ਕੇਲਰ ਨੇ ਆਪਣੀ ਔਕੜ ਉੱਪਰ ਜਿੱਤ ਪ੍ਰਾਪਤ ਕੀਤੀ ਅਤੇ ਸੁਨਹਿਰਾ ਜੀਵਨ ਜੀ ਸਕੀ। ਵਿਸ਼ਵਾਸ ਦਾ ਪ੍ਰਯੋਗ ਕਰਕੇ ਉਸਨੇ ਬੋਲਣਾ ਸਿੱਖਿਆ। ਵਿਸ਼ਵਾਸ ਰਾਹੀਂ ਉਸਨੇ ਛੂਹਣ ਦੀ ਇੰਦਰੀ ਨਾਲ ਸੁਣਨ ਅਤੇ ਦੇਖਣ ਦਾ ਕੰਮ ਕੀਤਾ। ਇਉਂ ਉਸਨੇ ਇਹ ਸਾਬਤ ਕਰ ਦਿੱਤਾ ਕਿ ਵਿਅਕਤੀ ਦੀਆਂ ਸਰੀਰਕ ਸੀਮਾਵਾਂ ਚਾਹੇ ਜਿੰਨੀਆਂ ਹੋਣ, ਉਹਨਾਂ ਨੂੰ ਹਮੇਸ਼ਾ ਖਤਮ ਜਾਂ ਪਾਰ ਕੀਤਾ ਜਾ ਸਕਦਾ ਹੈ। ਅਸੀਂ ਇਹ ਕੰਮ ਉਸ ਰਹੱਸਮਈ ਸ਼ਕਤੀ ਦਾ ਪ੍ਰਯੋਗ ਕਰਕੇ ਕਰ ਸਕਦੇ ਹਾਂ ਜੋ ਸਾਡੇ ਦਿਮਾਗ ਵਿੱਚ ਹੁੰਦੀ ਹੈ। ਇਸ ਦਾ ਤਰੀਕਾ ਹਰ ਵਿਅਕਤੀ ਨੂੰ ਆਪਣੇ ਆਪ ਹੀ ਲੱਭਣਾ ਪਵੇਗਾ। ਇਤਿਹਾਸ ਦੇ ਪੰਨੇ ਪਲਟ ਕੇ ਦੇਖੋ। ਮਨੁੱਖੀ ਸੱਭਿਅਤਾ ਦੀ ਕਹਾਣੀ ਉਹਨਾਂ ਲੋਕਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਵਿਸ਼ਵਾਸ ਦੀ ਵਰਤੋਂ ਦੀ ਚਾਬੀ ਨਾਲ ਰਹੱਸਮਈ ਅੰਦਰੂਨੀ ਸ਼ਕਤੀ ਦਾ ਬੂਹਾ ਖੋਲ੍ਹਿਆ। ਇਹ ਵੀ ਦੇਖੋ ਕਿ ਮਹਾਨ ਸਫਲਤਾਵਾਂ ਹਮੇਸ਼ਾ ਅਜਿੱਤ ਦਿਖਣ ਵਾਲੇ ਕਸ਼ਟਾਂ, ਕਠਿਨਾਈਆਂ ਅਤੇ ਰੁਕਾਵਟਾਂ ਵਿੱਚੋਂ ਪੈਦਾ ਹੋਈਆਂ ਹਨ। ਅਜਿਹੀਆਂ ਰੁਕਾਵਟਾਂ ਜਿਨ੍ਹਾਂ ਨੂੰ ਕੇਵਲ ਪ੍ਰਬਲ ਇੱਛਾ ਅਤੇ ਪ੍ਰਬਲ ਆਸਥਾ ਵਿਸ਼ਵਾਸ ਨਾਲ ਹੀ ਪਾਰ ਕੀਤਾ ਜਾ ਸਕਦਾ ਹੈ। ਇਹ ਗੱਲ ਬਹੁਤ ਮਹੱਤਵਪੂਰਨ ਹੈ। ਪ੍ਰਬਲ ਇੱਛਾ ਅਤੇ ਪ੍ਰਬਲ ਆਸਥਾ ਇਸ ਮਹੱਤਵਪੂਰਨ ਤਰੀਕੇ ਨਾਲ ਦਿਮਾਗ ਦੇ ਉਸ ਦੁਆਰ ਨੂੰ ਖੋਜਿਆ ਜਾ ਸਕਦਾ ਹੈ ਜਿਸ ਦੇ ਪਿੱਛੇ ਰਹੱਸਮਈ ਅੰਦਰੂਨੀ ਸ਼ਕਤੀ ਲੁਕੀ ਹੈ। ਜੋ ਲੋਕ ਇਹ ਰਹੱਸਮਈ ਸ਼ਕਤੀ ਖੋਜ ਲੈਂਦੇ ਹਨ ਅਤੇ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਇਸ ਦੀ ਵਰਤੋਂ ਕਰਦੇ ਹਨ, ਉਹਨਾਂ ਨੂੰ ਕਈ ਵਾਰ ਸੁਪਨਦਰਸ਼ੀ ਕਿਹਾ ਜਾਂਦਾ ਹੈ। ਪਰ ਇਹ ਵੀ ਧਿਆਨ ਰੱਖੋ ਕਿ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮਿਹਨਤ ਵੀ ਕਰਦੇ ਹਨ ਅਤੇ ਇਉਂ ਹੈਲਨ ਕੇਲਰ ਦੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸਹੀ ਤਰ੍ਹਾਂ ਸਮਝ ਜਾਣ ਨਾਲ ਆਸਥਾ, ਵਿਸ਼ਵਾਸ, ਭਰੋਸਾ ਨਿਸ਼ਕਾਰਜ ਨਹੀਂ ਬਲਕਿ ਕਾਰਜਸ਼ੀਲ ਹੁੰਦਾ ਹੈ। ਆਸਥਾ ਵਿਸ਼ਵਾਸ ਦਾ ਅੰਤਰਰਾਸ਼ਟਰੀ ਪ੍ਰਤੀਕ। ਸਹੀ ਤਰ੍ਹਾਂ ਦੇ ਵਿਸ਼ਵਾਸ ਨਾਲ ਇੱਕ ਅਜੀਬ ਗੱਲ ਇਹ ਹੈ ਕਿ ਇਹ ਆਮ ਤੌਰ 'ਤੇ ਕਿਸੇ ਸੰਕਟ ਦੀ ਸਥਿਤੀ ਵਿੱਚ ਪੈਦਾ ਹੁੰਦਾ ਹੈ। ਇਹ ਤਦ ਸਾਹਮਣੇ ਆਉਂਦਾ ਹੈ ਜਦੋਂ ਲੋਕ ਆਪਣੀਆਂ ਸਮੱਸਿਆਵਾਂ ਸੁਲਝਾਉਣ ਲਈ ਵਿਚਾਰਾਂ ਤੋਂ ਅੱਗੇ ਜਾਣ ਲਈ ਮਜਬੂਰ ਹੋ ਜਾਂਦੇ ਹਨ। ਇਹਨਾਂ ਔਕੜਾਂ ਦੌਰਾਨ ਅਸੀਂ ਉਸ ਰਹੱਸਮਈ ਅੰਦਰੂਨੀ ਸ਼ਕਤੀ ਦਾ ਨਾਸ਼ ਕਰਦੇ ਹਾਂ ਜੋ ਹਰ ਰੁਕਾਵਟ ਨੂੰ ਹਰਾ ਸਕਦੀ ਹੈ। ਮਿਆਂਮਾਰ, ਜਿਹਨੂੰ ਪਹਿਲਾਂ ਬਰਮਾ ਕਹਿੰਦੇ ਸਨ, ਦੀ ਨੇਤਾ ਆਂਗ ਸਾਨ ਸੂ ਕੀ ਦੇਸ਼ ਵਿੱਚ ਲੋਕਤੰਤਰ ਦੀ ਬਹਾਲੀ ਲਈ ਅੰਦੋਲਨ ਚਲਾ ਰਹੀ ਹੈ। 1988 ਵਿੱਚ ਉਸਨੇ ਰਾਜਨੀਤੀ ਵਿੱਚ ਕਦਮ ਰੱਖਿਆ। ਉਸਦੇ ਪਿਤਾ ਆਂਗ ਸਾਨ ਨੂੰ ਆਧੁਨਿਕ ਬਰਮਾ ਦਾ ਬਾਨੀ ਮੰਨਿਆ ਜਾਂਦਾ ਹੈ। ਮੰਦੇ ਭਾਗੀ ਇੱਕ ਰਾਜਨੀਤਿਕ ਤਖ਼ਤਾ ਪਲਟ ਵਿੱਚ ਉਸਦੇ ਪਿਤਾ ਦੀ ਹੱਤਿਆ ਕਰ ਦਿੱਤੀ ਗਈ। ਤਦ ਸੂ ਦੀ ਉਮਰ 2 ਸਾਲ ਦੀ ਸੀ। ਪਿੱਛੋਂ ਉਹ ਵਿਦੇਸ਼ ਵਿੱਚ ਪੜ੍ਹਾਈ ਕਰਨ ਚਲੀ ਗਈ। ਉਸਨੇ ਆਕਸਫੋਰਡ ਵਿੱਚ ਕਾਲਜ ਦੀ ਪੜ੍ਹਾਈ ਪੂਰੀ ਕੀਤੀ। ਫਿਰ ਉਸਨੇ ਇੱਕ ਅੰਗਰੇਜ਼ ਨਾਲ ਵਿਆਹ ਕਰ ਲਿਆ ਅਤੇ ਉਹ ਮਾਂ ਬਣ ਗਈ। ਇਸ ਪਿੱਛੋਂ ਸੂ ਨੇ ਲੋਕਤੰਤਰ ਅਤੇ ਅਹਿੰਸਾ ਲਈ ਮੁਹਿੰਮ ਚਲਾਈ। ਛੇਤੀ ਹੀ ਉਸਨੂੰ ਵੱਡੀ ਗਿਣਤੀ ਵਿੱਚ ਲੋਕਾਂ ਦੀ ਹਮਾਇਤ ਮਿਲਣ ਲੱਗਾ। ਉਸਦੀ ਵੱਧਦੀ ਲੋਕਪ੍ਰਿਯਤਾ ਨਾਲ ਕੁਝ ਸਮੇਂ ਬਾਅਦ ਫੌਜੀ ਰਾਜ ਨੂੰ ਖਤਰਾ ਮਹਿਸੂਸ ਹੋਣ ਲੱਗਾ। ਫੌਜੀ ਰਾਜ ਇਸ ਗੱਲ ਤੋਂ ਵੀ ਦਹਿਸ਼ਤ ਵਿੱਚ ਆ ਗਿਆ ਕਿ ਕੌਮੀ ਪੱਧਰ ਉੱਪਰ ਹੋਈ ਲੋਕਤੰਤਰ ਚੋਣ ਵਿੱਚ ਸੂ ਦੀ ਰਾਜਨੀਤਿਕ ਪਾਰਟੀ ਜਿੱਤ ਗਈ। ਸਰਕਾਰ ਨੇ ਇੱਕਦਮ ਇਹ ਕਦਮ ਚੁੱਕਿਆ ਕਿ ਸੂ ਨੂੰ ਉਸਦੇ ਘਰ ਵਿੱਚ ਹੀ ਕੈਦ ਕਰ ਲਿਆ।
ਉਸ ਨੂੰ ਮਿੱਤਰਾਂ ਜਾਂ ਪਰਿਵਾਰ ਨੂੰ ਮਿਲਣ ਦੀ ਆਗਿਆ ਨਹੀਂ ਸੀ। ਸੋ ਉਹਨੂੰ ਆਪਣੇ ਵਿਸ਼ਵਾਸ ਤੋਂ ਹਿੰਮਤ ਮਿਲੀ। ਇਸੇ ਕਾਰਨ ਉਸਨੇ ਕੋਈ ਸਮਝੌਤਾ ਨਹੀਂ ਕੀਤਾ ਅਤੇ ਤਾਨਾਸ਼ਾਹ ਸਰਕਾਰ ਦੀਆਂ ਸ਼ਰਤਾਂ ਨਹੀਂ ਮੰਨੀਆਂ। ਉਸ ਦੇ ਹੌਸਲੇ ਲਈ ਉਸ ਨੂੰ ਅਕਤੂਬਰ 1991 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ। ਸਾਰੀ ਦੁਨੀਆ ਨੂੰ ਸੂ ਦੇ ਸੰਘਰਸ਼ ਦਾ ਪਤਾ ਲੱਗ ਗਿਆ। ਇਸ ਸੰਸਾਰ ਪੱਧਰੀ ਲੋਕਪ੍ਰਿਯਤਾ ਕਰਕੇ ਫੌਜੀ ਸ਼ਾਸਨ ਉਸ ਨੂੰ ਹੋਰ ਨੁਕਸਾਨ ਨਹੀਂ ਪਹੁੰਚਾ ਸਕਿਆ। ਅਰਥਾਤ ਪਿਛਲੇ 15 ਸਾਲ ਵਿੱਚ ਉਸ ਨੂੰ ਬਾਰ-ਬਾਰ ਉਹਦੇ ਘਰ ਵਿੱਚ ਕੈਦ ਕੀਤਾ ਗਿਆ ਹੈ। ਇਹ ਅਫਵਾਹ ਬਾਰ-ਬਾਰ ਫੈਲਾਈ ਜਾ ਰਹੀ ਹੈ ਕਿ ਛੇਤੀ ਉਸ ਨੂੰ ਆਜ਼ਾਦ ਕਰ ਦਿੱਤਾ ਜਾਵੇਗਾ ਅਤੇ ਲੋਕਤੰਤਰ ਨੂੰ ਬਹਾਲ ਕਰ ਦਿੱਤਾ ਜਾਵੇਗਾ। ਜੋਖਮ ਤੋਂ ਬਿਨਾਂ ਇਕੱਲਾ ਵਿਸ਼ਵਾਸ ਕੁਝ ਨਹੀਂ ਕਰ ਸਕਦਾ ਅਤੇ ਜਿਵੇਂ ਹੈਲਨ ਕੇਲਰ ਨੇ ਕਿਹਾ ਹੈ, ਖਾਲੀ ਵਿਸ਼ਵਾਸ ਵਿੱਚ ਉਤਨੀ ਹੀ ਸ਼ਕਤੀ ਹੁੰਦੀ ਹੈ ਜਿੰਨੀ ਕਿ ਉਸ ਅੱਖ ਵਿੱਚ ਹੁੰਦੀ ਹੈ ਜੋ ਦੇਖ ਤਾਂ ਸਕਦੀ ਹੈ ਪਰ ਦੇਖਦੀ ਨਹੀਂ। ਹੁਣ ਅਸੀਂ ਕੁਝ ਮਹਾਨ ਲੀਡਰਾਂ ਦੇ ਉਦਾਹਰਨ ਦੇਖਦੇ ਹਾਂ। ਉਹਨਾਂ ਨੇ ਵੀ ਉਸੇ ਰਹੱਸਮਈ ਅੰਦਰੂਨੀ ਸ਼ਕਤੀ ਨੂੰ ਖੋਜਿਆ, ਖੰਗਾਲਿਆ, ਉਹਨਾਂ 'ਤੇ ਅਮਲ ਕੀਤਾ ਅਤੇ ਇਉਂ ਇੱਕ ਜੰਗਲੀ ਇਲਾਕੇ ਨੂੰ ਲੋਕਤੰਤਰ ਦੇ ਜਨਕ ਦੇ ਰੂਪ ਵਿੱਚ ਬਦਲ ਦਿੱਤਾ, ਜਿਸ ਦੀ ਤਰੱਕੀ ਨਾਲ ਸਾਰੀ ਦੁਨੀਆ ਈਰਖਾ ਕਰਦੀ ਹੈ। ਡਰ ਦੀ ਬਜਾਏ ਵਿਸ਼ਵਾਸ ਦੀ ਰਾਹ ਚੁਣਨਾ। ਅਸੀਂ ਸਾਰੇ ਉਹਨਾਂ ਮਹਾਨ ਲੀਡਰਾਂ ਦੀਆਂ ਪ੍ਰਾਪਤੀਆਂ ਜਾਣਦੇ ਹਾਂ। ਅਸੀਂ ਉਹਨਾਂ ਦੀ ਲੀਡਰਸ਼ਿਪ ਦੇ ਨਿਯਮ ਜਾਣਦੇ ਹਾਂ। ਅਸੀਂ ਜਾਣਦੇ ਹਾਂ ਕਿ ਉਹਨਾਂ ਦੀ ਮਿਹਨਤ ਨਾਲ ਇਸ ਦੇਸ਼ ਦੇ ਲੋਕਾਂ ਨੂੰ ਕਿੰਨੇ ਸਾਰੇ ਵਰਦਾਨ ਮਿਲੇ ਹਨ। ਐਂਡਰਿਊ ਕਾਰਨੇਗੀ ਦੀ ਦੂਰਦ੍ਰਿਸ਼ਟੀ ਦੀ ਬਦੌਲਤ ਇਹਨਾਂ ਲੀਡਰਾਂ ਨੇ ਅਮਰੀਕਾ ਨੂੰ ਦੁਨੀਆ ਦਾ ਸਭ ਤੋਂ ਅਮੀਰ ਅਤੇ ਸੁਤੰਤਰ ਦੇਸ਼ ਬਣਾਇਆ ਹੈ। ਪਰ ਮੰਦੇ ਭਾਗੀ ਅਸੀਂ ਸਾਰੇ ਇਹ ਨਹੀਂ ਜਾਣਦੇ ਕਿ ਕਾਰਜਸ਼ੀਲ ਵਿਸ਼ਵਾਸ ਦੇ ਰਾਹ ਉੱਪਰ ਚੱਲਣ ਲਈ ਉਹਨਾਂ ਨੇ ਕਿੰਨੀਆਂ ਅਣਹੋਂਦਾਂ ਅਤੇ ਘਾਟਾਂ ਵਿਚਕਾਰ ਕੰਮ ਕੀਤਾ, ਕਿੰਨੀਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕੀਤਾ, ਕਿੰਨੇ ਕਸ਼ਟ ਉਠਾਏ। ਅਰਥਾਤ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ, ਉਹਨਾਂ ਨੂੰ ਉਹਨਾਂ ਲੋਕਾਂ ਦਾ ਵਿਰੋਧ ਵੀ ਝੱਲਣਾ ਪਿਆ ਜਿਨ੍ਹਾਂ ਨੂੰ ਉਹਨਾਂ ਦੇ ਸੰਘਰਸ਼ਾਂ ਤੋਂ ਸਭ ਤੋਂ ਵੱਧ ਲਾਭ ਹੋਣ ਵਾਲਾ ਸੀ। ਅਜਿਹੇ ਲੋਕਾਂ ਦਾ ਜੋ ਕਾਰਜਸ਼ੀਲ ਵਿਸ਼ਵਾਸ ਦੀ ਘਾਟ ਕਾਰਨ ਹਰ ਨਵੀਂ ਅਤੇ ਅਣਜਾਣੀ ਚੀਜ਼ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ। ਜ਼ਿੰਦਗੀ ਦੀਆਂ ਸੰਕਟ ਵਾਲੀਆਂ ਸਥਿਤੀਆਂ ਅਕਸਰ ਲੋਕਾਂ ਨੂੰ ਦੁਰਾਹੇ ਉੱਪਰ ਲੈ ਆਉਂਦੀਆਂ ਹਨ, ਜਿੱਥੇ ਉਹਨਾਂ ਨੂੰ ਆਪਣੀ ਦਿਸ਼ਾ ਚੁਣਨ ਲਈ ਬੇਬਸ ਹੋਣਾ ਪੈਂਦਾ ਹੈ। ਇੱਕ ਰਾਹ ਵਿਸ਼ਵਾਸ ਦੀ ਹੁੰਦੀ ਹੈ ਅਤੇ ਦੂਜੀ ਡਰ ਦੀ। ਆਖਿਰ ਵਧੇਰੇ ਲੋਕ ਕਿਸ ਕਾਰਨ ਡਰ ਦੀ ਰਾਹ ਚੁਣਦੇ ਹਨ? ਇਹ ਚੋਣ ਵਿਅਕਤੀ ਦੇ ਮਾਨਸਿਕ ਨਜ਼ਰੀਏ ਉੱਪਰ ਨਿਰਭਰ ਕਰਦੀ ਹੈ। ਜੋ ਵਿਅਕਤੀ ਵਿਸ਼ਵਾਸ ਦੀ ਰਾਹ ਚੁਣਦਾ ਹੈ, ਉਹ ਰੋਜ਼ਾਨਾ ਜੀਵਨ ਵਿੱਚ ਤੁਰੰਤ ਅਤੇ ਹੌਸਲੇ ਵਾਲਾ ਫੈਸਲਾ ਲੈ ਕੇ ਆਪਣੇ ਦਿਮਾਗ ਨੂੰ ਵਿਸ਼ਵਾਸ ਕਰਨ ਲਈ ਤਿਆਰ ਕਰ ਚੁੱਕਾ ਹੈ। ਜੋ ਵਿਅਕਤੀ ਡਰ ਦੀ ਰਾਹ ਚੁਣਦਾ ਹੈ, ਉਹ ਅਜਿਹਾ ਇਸ ਲਈ ਕਰਦਾ ਹੈ ਕਿਉਂਕਿ ਉਸਨੇ ਦਿਮਾਗ ਨੂੰ ਸਕਾਰਾਤਮਕ ਰੂਪ ਨਾਲ ਤਿਆਰ ਕਰਨ ਨੂੰ ਅੱਖੋਂ ਪਰੋਖੇ ਕਰ ਦਿੱਤਾ ਹੁੰਦਾ ਹੈ। ਵਾਸ਼ਿੰਗਟਨ ਵਿੱਚ ਇੱਕ ਆਦਮੀ ਵੀਲਚੇਅਰ ਉੱਪਰ ਕਟੋਰਾ ਅਤੇ ਪੈਨਸਿਲ ਲੈ ਕੇ ਬੈਠਦਾ ਹੈ ਅਤੇ ਭੀਖ ਮੰਗ ਕੇ ਚੰਦ ਸਿੱਕੇ ਕਮਾਉਂਦਾ ਹੈ। ਉਸ ਦੀ ਭੀਖ ਮੰਗਣ ਪਿੱਛੇ ਇਹ ਬਹਾਨਾ ਹੈ ਕਿ ਉਸਦੇ ਪੈਰ ਇਨਫੈਕਟਾਈਲ ਪੈਰਾਲਿਸਿਸ ਨਾਮਕ ਬਿਮਾਰੀ ਨਾਲ ਨਕਾਰਾ ਹੋ ਚੁੱਕੇ ਹਨ। ਸੱਚ ਤਾਂ ਇਹ ਹੈ ਕਿ ਸਿਰਫ ਉਹਦੇ ਪੈਰ ਬੇਕਾਰ ਹੋਏ ਹਨ, ਇਸ ਤੋਂ ਬਿਨਾਂ ਉਹ ਪੂਰੀ ਤਰ੍ਹਾਂ ਤੰਦਰੁਸਤ ਅਤੇ ਤਾਕਤਵਰ ਹੈ। ਉਸਦਾ ਦਿਮਾਗ ਜ਼ਰਾ ਵੀ ਪ੍ਰਭਾਵਿਤ ਹੋਇਆ ਹੈ, ਪਰ ਇਸ ਭਿਆਨਕ ਬਿਮਾਰੀ ਪਿੱਛੋਂ ਉਸਨੇ ਡਰ ਦੀ ਰਾਹ ਚੁਣੀ ਹੈ ਅਤੇ ਹੌਲੀ-ਹੌਲੀ ਉਹਦਾ ਦਿਮਾਗ ਵਰਤੋਂ ਵਿੱਚ ਨਾ ਆਉਣ ਕਰਕੇ ਸੁੰਨ ਹੋ ਗਿਆ ਹੈ। ਉਸੇ ਸ਼ਹਿਰ ਦੇ ਦੂਜੇ ਹਿੱਸੇ ਵਿੱਚ ਇੱਕ ਅਜਿਹਾ ਵੀ ਆਦਮੀ ਸੀ ਜੋ ਇਸੇ ਬਿਮਾਰੀ ਦਾ ਸ਼ਿਕਾਰ ਹੋਇਆ ਸੀ। ਉਸਦੇ ਵੀ ਪੈਰ ਬੇਕਾਰ ਹੋ ਗਏ ਸਨ, ਪਰ ਇਸ 'ਤੇ ਉਸਦੀ ਪ੍ਰਤੀਕਿਰਿਆ ਬਿਲਕੁਲ ਅੱਡ ਸੀ। ਜਦੋਂ ਉਹ ਉਸ ਦੁਰਾਹੇ 'ਤੇ ਆਇਆ ਜਿੱਥੇ ਉਸਨੂੰ ਚੁਣਨ ਲਈ ਬੇਬਸ ਹੋਣਾ ਪਿਆ, ਤਾਂ ਉਸਨੇ ਵਿਸ਼ਵਾਸ ਦਾ ਰਾਹ ਚੁਣਿਆ। ਇਹ ਰਾਹ ਉਸਨੂੰ ਸਿੱਧਾ ਵਾਈਟ ਹਾਊਸ ਅਤੇ ਰਾਸ਼ਟਰਪਤੀ ਪਦ ਵੱਲ ਲੈ ਗਿਆ, ਜੋ ਅਮਰੀਕਾ ਦਾ ਸਰਵਉੱਚ ਅਹੁਦਾ ਹੈ। ਸਪਸ਼ਟ ਹੈ, ਮੈਂ ਫਰੈਂਕਲਿਨ ਡੇਲੈਨੋ ਰੂਜ਼ਵੈਲਟ ਬਾਰੇ ਗੱਲ ਕਰ ਰਿਹਾ ਹਾਂ। ਆਪਣੇ ਪੈਰਾਂ ਦੀ ਅਸਮਰਥਾ ਕਾਰਨ ਉਸਨੇ ਜੋ ਗਵਾਇਆ ਸੀ, ਉਹਨੂੰ ਉਸਨੇ ਆਪਣੇ ਦਿਮਾਗ ਅਤੇ ਇੱਛਾ ਸ਼ਕਤੀ ਦੇ ਪ੍ਰਯੋਗ ਨਾਲ ਹਾਸਲ ਕਰ ਲਿਆ। ਸਭ ਜਾਣਦੇ ਹਨ ਕਿ ਸਰੀਰਕ ਬਿਮਾਰੀ ਕਾਰਨ ਉਸਦੀ ਕਾਰਜਸ਼ੀਲਤਾ ਉੱਪਰ ਕੋਈ ਅਸਰ ਨਹੀਂ ਪਿਆ ਅਤੇ ਉਹ ਅਮਰੀਕਾ ਦਾ ਸਭ ਤੋਂ ਤਾਕਤਵਰ ਰਾਸ਼ਟਰਪਤੀਆਂ ਵਿੱਚੋਂ ਇੱਕ ਹੈ। ਇਹਨਾਂ ਦੋਹਾਂ ਵਿਅਕਤੀਆਂ ਦੀ ਸਥਿਤੀ ਵਿੱਚ ਕਿੰਨਾ ਜ਼ਿਆਦਾ ਅੰਤਰ ਹੈ, ਪਰ ਇਸ ਅੰਤਰ ਪਿੱਛੇ ਲੁਕੇ ਅਸਲੀ ਕਾਰਨ ਦੇਖੋ। ਅਸਲੀ ਕਾਰਨ ਹੈ ਮਾਨਸਿਕ ਨਜ਼ਰੀਏ ਵਿੱਚ ਅੰਤਰ। ਇੱਕ ਵਿਅਕਤੀ ਨੇ ਡਰ ਨੂੰ ਆਪਣਾ ਪਥ ਪ੍ਰਦਰਸ਼ਕ ਚੁਣਿਆ, ਦੂਜੇ ਨੇ ਵਿਸ਼ਵਾਸ ਨੂੰ ਚੁਣਿਆ।
ਕੁਝ ਲੋਕ ਜ਼ਿੰਦਗੀ ਵਿੱਚ ਦੌਲਤ ਦੇ ਸਿਖਰ ਉੱਪਰ ਪਹੁੰਚ ਜਾਂਦੇ ਹਨ, ਜਦ ਕਿ ਬਾਕੀ ਲੋਕ ਗਰੀਬੀ ਦੀ ਖਾਈ ਵਿੱਚ ਡਿੱਗ ਜਾਂਦੇ ਹਨ। ਇਸ ਦਾ ਕਾਰਨ ਸਮਝਣਾ ਵੀ ਮੁਸ਼ਕਿਲ ਨਹੀਂ ਹੈ। ਉਹਨਾਂ ਦੇ ਮਾਨਸਿਕ ਨਜ਼ਰੀਏ ਦੇ ਫਰਕ ਕਾਰਨ ਹੀ ਉਹਨਾਂ ਦੀਆਂ ਹਾਲਤਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ। ਸਿਖਰ 'ਤੇ ਪਹੁੰਚਣ ਵਾਲੇ ਲੋਕ ਵਿਸ਼ਵਾਸ ਦੀ ਉੱਚੀ ਰਾਹ ਚੁਣਦੇ ਹਨ। ਖਾਈ ਵਿੱਚ ਡਿੱਗਣ ਵਾਲੇ ਲੋਕ ਡਰ ਦੀ ਹੇਠਲੀ ਰਾਹ ਚੁਣਦੇ ਹਨ ਅਤੇ ਆਪਣੀ ਸਿੱਖਿਆ, ਅਨੁਭਵ ਅਤੇ ਯੋਗਤਾ ਦਾ ਲਾਭ ਨਹੀਂ ਉਠਾ ਸਕਦੇ। ਥਾਮਸ ਏ ਐਡੀਸਨ ਦੀ ਟੀਚਰ ਨੇ ਉਸਨੂੰ ਸਕੂਲ ਵਿੱਚ ਦਾਖਲ ਹੋਣ ਤੋਂ 3 ਮਹੀਨੇ ਬਾਅਦ ਹੀ ਘਰ ਭੇਜ ਦਿੱਤਾ। ਉਸਨੇ ਐਡੀਸਨ ਦੇ ਮਾਤਾ-ਪਿਤਾ ਨੂੰ ਲਿਖਿਆ ਕਿ ਉਹਨਾਂ ਦੇ ਬੱਚਾ ਮੰਦਬੁੱਧੀ ਵਾਲਾ ਹੈ ਅਤੇ ਉਹਨੂੰ ਕੁਝ ਵੀ ਨਹੀਂ ਸਿਖਾਇਆ ਜਾ ਸਕਦਾ। ਐਡੀਸਨ ਲਈ ਬੇਇੱਜ਼ਤੀ ਮਹਿਸੂਸ ਕਰਨ ਦਾ ਇਹ ਬਹੁਤ ਚੰਗਾ ਬਹਾਨਾ ਸੀ। ਕੁਝ ਨਾ ਕਰਨ ਦਾ, ਕੁਝ ਨਾ ਬਣਨ ਦਾ ਇਸ ਤੋਂ ਚੰਗਾ ਕੀ ਹੋ ਸਕਦਾ ਸੀ। ਕੁਝ ਸਮਾਂ ਤਾਂ ਉਹ ਬਿਲਕੁਲ ਇਹੀ ਬਣ ਗਿਆ। ਉਸਨੇ ਛੋਟੇ-ਛੋਟੇ ਕੰਮ ਕੀਤੇ, ਅਖਬਾਰ ਵੇਚੇ, ਛੋਟੇ-ਛੋਟੇ ਪ੍ਰਯੋਗ ਕਰਦੇ ਰਹੇ। ਕੁੱਲ ਮਿਲਾ ਕੇ ਉਹ ਸਾਰੇ ਕੰਮਾਂ ਵਿੱਚ ਅਲਪ ਗਿਆਨੀ ਬਣ ਗਿਆ, ਪਰ ਕਿਸੇ ਵੀ ਖੇਤਰ ਵਿੱਚ ਉਸਨੂੰ ਮੁਹਾਰਤ ਹਾਸਲ ਨਹੀਂ ਸੀ। ਫਿਰ ਥਾਮਸ ਐਡੀਸਨ ਦੇ ਦਿਮਾਗ ਵਿੱਚ ਅਜਿਹਾ ਕੁਝ ਹੋਇਆ ਜਿਸ ਨਾਲ ਉਸਦਾ ਨਾਂ ਅਮਰ ਹੋ ਗਿਆ। ਉਸਨੇ ਦੁਨੀਆ ਨੂੰ ਇਸ ਅਜੀਬ ਪ੍ਰਕਿਰਿਆ ਬਾਰੇ ਨਹੀਂ ਦੱਸਿਆ, ਅਰਥਾਤ ਉਸਨੇ ਆਪਣੇ ਅੰਦਰ ਸੁੱਤੀ ਹੋਈ ਰਹੱਸਮਈ ਸ਼ਕਤੀ ਨੂੰ ਖੋਜ ਲਿਆ ਅਤੇ ਉਸਦਾ ਪ੍ਰਯੋਗ ਕੀਤਾ। ਅਚਾਨਕ ਮੰਦਬੁੱਧੀ ਵਾਲੇ ਵਿਅਕਤੀ ਦੀ ਥਾਂ ਉਹ ਕੁੱਲ ਸਮਿਆਂ ਲਈ ਮਹਾਨ ਖੋਜੀ ਬਣ ਗਿਆ। ਅੱਜ ਬਿਜਲੀ ਦੀ ਰੋਸ਼ਨੀ ਦੇਖਦਿਆਂ, ਫੋਨੋਗ੍ਰਾਮ ਸੁਣਦਿਆਂ ਜਾਂ ਫਿਲਮ ਦੇਖਦਿਆਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਸੇ ਰਹੱਸਮਈ ਸ਼ਕਤੀ ਦੇ ਨਤੀਜੇ ਨੂੰ ਦੇਖ ਰਹੇ ਹਾਂ ਜੋ ਮਹਾਨ ਐਡੀਸਨ ਵਾਂਗ ਸਾਡੇ ਅੰਦਰ ਵੀ ਮੌਜੂਦ ਹੈ। ਇਹੀ ਨਹੀਂ, ਜੇ ਅਸੀਂ ਉਸ ਮਹਾਨ ਸ਼ਕਤੀ ਦੀ ਬੇਇੱਜ਼ਤੀ ਕਰ ਰਹੇ ਹਾਂ ਅਤੇ ਉਸ ਦਾ ਉਚਿਤ ਪ੍ਰਯੋਗ ਨਹੀਂ ਕਰ ਰਹੇ, ਤਾਂ ਸਾਨੂੰ ਆਪਣੇ ਆਪ ਉੱਪਰ ਸ਼ਰਮ ਵੀ ਆਉਣੀ ਚਾਹੀਦੀ ਹੈ। ਇਸ ਰਹੱਸਮਈ ਅੰਦਰੂਨੀ ਸ਼ਕਤੀ ਦੀ ਇੱਕ ਅਜੀਬ ਗੱਲ ਇਹ ਹੈ ਕਿ ਇਹ ਲੋਕਾਂ ਦੇ ਸੰਕਲਪ ਨੂੰ ਪੂਰਾ ਕਰਦੀ ਹੈ। ਲੋਕਾਂ ਦੇ ਮਨ ਵਿੱਚ ਜਿਸ ਚੀਜ਼ ਨੂੰ ਹਾਸਲ ਕਰਨ ਦੀ ਪ੍ਰਬਲ ਇੱਛਾ ਹੁੰਦੀ ਹੈ, ਇਹ ਸ਼ਕਤੀ ਉਸ ਚੀਜ਼ ਨੂੰ ਪ੍ਰਾਪਤ ਕਰਨ ਵਿੱਚ ਉਸ ਦੀ ਮਦਦ ਕਰਦੀ ਹੈ। ਇਸ ਦਾ ਅਰਥ ਇਹ ਹੈ ਕਿ ਇਹ ਲੋਕਾਂ ਦੇ ਪ੍ਰਬਲ ਵਿਚਾਰਾਂ ਨੂੰ ਹਕੀਕਤ ਵਿੱਚ ਬਦਲ ਦਿੰਦੀ ਹੈ। ਓਪਰਾ ਵਿਨਫਰੀ ਦਾ ਬਚਪਨ ਦੁਖਦਾਈ ਸੀ ਅਤੇ ਜੀਵਨ ਵਿੱਚ ਉਸਦੇ ਸਫਲ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਨਹੀਂ ਦਿਖਾਈ ਦੇ ਰਹੀ ਸੀ। ਬਚਪਨ ਵਿੱਚ ਉਸਨੂੰ ਦੁਰਵਿਹਾਰ ਅਤੇ ਗਰੀਬੀ ਦੇ ਮਾੜੇ ਅਨੁਭਵ ਹੋਏ। ਜਵਾਨੀ ਦੀ ਉਮਰ ਵਿੱਚ ਉਹ ਗਰੀਬੀ ਦੀ ਦਿਸ਼ਾ ਵੱਲ ਵੱਧਦੀ ਦਿਖ ਰਹੀ ਸੀ। ਪਰ ਓਪਰਾ ਨੇ ਸਿਡਨੀ ਪੋਟੀਅਰ ਅਤੇ ਬਾਰਬਰਾ ਵਾਲਟਰਜ਼ ਜਿਹੇ ਲੋਕਾਂ ਤੋਂ ਪ੍ਰੇਰਨਾ ਲਈ। ਸਵੈ ਵਿਸ਼ਵਾਸ ਅਤੇ ਆਪਣੀ ਸਮਰੱਥਾ ਵਿੱਚ ਉਸਦੇ ਵਿਸ਼ਵਾਸ ਨੇ ਉਸਨੂੰ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨ ਦੀ ਸ਼ਕਤੀ ਦਿੱਤੀ। ਇਸ ਸਿਧਾਂਤ ਦੇ ਹੱਕ ਵਿੱਚ ਅਣਗਿਣਤ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ। ਹਰ ਕਾਰੋਬਾਰ ਅਤੇ ਹਰ ਖੇਤਰ ਦੇ ਲੋਕਾਂ ਦਾ ਉਦਾਹਰਨ ਦਿੱਤਾ ਜਾ ਸਕਦਾ ਹੈ। ਹਰ ਖੇਤਰ ਵਿੱਚ ਕੁਝ ਲੋਕ ਸਿਖਰ ਉੱਪਰ ਪਹੁੰਚ ਜਾਂਦੇ ਹਨ, ਜਦੋਂ ਕਿ ਉਹਨਾਂ ਦੇ ਆਸ-ਪਾਸ ਮੌਜੂਦ ਲੋਕ ਆਮ ਨਾਲੋਂ ਵੱਧ ਉਚਾਈ ਉੱਪਰ ਨਹੀਂ ਪਹੁੰਚ ਸਕਦੇ। ਸਫਲ ਹੋਣ ਵਾਲੇ ਲੋਕਾਂ ਨੂੰ ਆਮ ਤੌਰ 'ਤੇ ਖੁਸ਼ਕਿਸਮਤ ਕਿਹਾ ਜਾ ਸਕਦਾ ਹੈ। ਨਿਸ਼ਚਿਤ ਤੌਰ 'ਤੇ ਉਹ ਖੁਸ਼ਕਿਸਮਤ ਹਨ, ਪਰ ਸੱਚ ਤਾਂ ਇਹ ਹੈ ਕਿ ਉਹਨਾਂ ਦੀ ਖੁਸ਼ਕਿਸਮਤੀ ਸਿਰਫ ਇਹ ਸੀ ਕਿ ਉਹਨਾਂ ਨੇ ਆਪਣੀ ਰਹੱਸਮਈ ਅੰਦਰੂਨੀ ਸ਼ਕਤੀ ਨੂੰ ਖੋਜ ਲਿਆ ਸੀ। ਡਰ ਦੀ ਰਾਹ ਚੁਣਨ ਦੀ ਬਜਾਏ ਉਹਨਾਂ ਨੇ ਵਿਸ਼ਵਾਸ ਦੀ ਰਾਹ ਉੱਪਰ ਤੁਰਨ ਦਾ ਪ੍ਰਣ ਕੀਤਾ ਸੀ। ਅੰਦਰੂਨੀ ਸ਼ਕਤੀ ਸਥਾਈ ਰੁਕਾਵਟ ਜਿਹੀ ਕਿਸੇ ਹਕੀਕਤ ਨੂੰ ਨਹੀਂ ਪਹਿਚਾਣਦੀ। ਇਹ ਹਾਰ ਨੂੰ ਜ਼ਿਆਦਾ ਕੋਸ਼ਿਸ਼ ਕਰਨ ਦੀ ਚੁਣੌਤੀ ਮੰਨਦੀ ਹੈ। ਡਰ ਅਤੇ ਸ਼ੱਕ ਜਿਹੀਆਂ ਸਵੈ ਸਿਰਜਿਤ ਸੀਮਾਵਾਂ ਨੂੰ ਤੋੜ ਦਿੰਦੀ ਹੈ। ਸਭ ਤੋਂ ਵੱਧ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਵਿਅਕਤੀ ਦੇ ਰਿਕਾਰਡ ਉੱਪਰ ਅਜਿਹੇ ਕਾਲੇ ਦਾਗ ਵੀ ਨਹੀਂ ਛੱਡਦੀ ਜਿਨ੍ਹਾਂ ਨੂੰ ਮਿਟਾਇਆ ਨਾ ਜਾ ਸਕੇ। ਜੇ ਅੰਦਰੂਨੀ ਸ਼ਕਤੀ ਦੀ ਵਰਤੋਂ ਕੀਤੀ ਜਾਏ ਤਾਂ ਹਰ ਦਿਨ ਸਫਲਤਾ ਦਾ ਇੱਕ ਨਵਾਂ ਮੌਕਾ ਮਿਲ ਸਕਦਾ ਹੈ। ਤੁਹਾਨੂੰ ਅਤੀਤ ਦੀਆਂ ਅਸਫਲਤਾਵਾਂ ਦਾ ਬੋਝ ਚੁੱਕਣ ਦੀ ਲੋੜ ਨਹੀਂ ਹੈ। ਇਹ ਕਿਸੇ ਜਾਤੀ ਜਾਂ ਧਰਮ ਦਾ ਪੱਖ ਨਹੀਂ ਲੈਂਦੀ। ਇਸ ਦਾ ਮਤਲਬ ਇਹ ਹੈ ਕਿ ਗਰੀਬੀ ਵਿੱਚ ਪੈਦਾ ਹੋਇਆ ਵਿਅਕਤੀ ਜੀਵਨ ਭਰ ਗਰੀਬ ਰਹੇ, ਇਹ ਜ਼ਰੂਰੀ ਨਹੀਂ। ਅੰਦਰੂਨੀ ਸ਼ਕਤੀ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਆਦਤ ਦੀ ਸ਼ਕਤੀ ਦੇ ਪ੍ਰਭਾਵ ਨੂੰ ਨਕਾਰਾਤਮਕ ਤੋਂ ਸਕਾਰਾਤਮਕ ਵਿੱਚ ਤੁਰੰਤ ਬਦਲਿਆ ਜਾ ਸਕਦਾ ਹੈ। ਇਹ ਕਿਸੇ ਇਤਿਹਾਸਕ ਚੀਜ਼ ਨੂੰ ਨਹੀਂ ਪਹਿਚਾਣਦੀ, ਇਹ ਕਿਸੇ ਕਠੋਰ ਨਿਯਮ ਦਾ ਪਾਲਣ ਨਹੀਂ ਕਰਦੀ ਅਤੇ ਇਹ ਵਿਅਕਤੀਗਤ ਸੁਤੰਤਰਤਾ ਦਾ ਇੱਕੋ ਇੱਕ ਸ਼ਾਨਦਾਰ ਰਾਜਮਾਰਗ ਪ੍ਰਦਾਨ ਕਰਦੀ ਹੈ। R.L. ਸ਼ਾਰਪ
ਨੇ ਆਪਣੀ ਕਵਿਤਾ ਏ ਬੈਗ ਆਫ ਟੂਲਸ ਵਿੱਚ ਲਿਖਿਆ ਹੈ। ਕੀ ਇਹ ਅਜੀਬ ਨਹੀਂ ਕਿ ਰਾਜਕੁਮਾਰ ਤੇ ਰਾਜਾ, ਸਰਕਸ ਵਿੱਚ ਮਸਖਰੀ ਕਰਨ ਵਾਲੇ ਜੋਕਰ, ਤੁਹਾਡੇ ਤੇ ਮੇਰੇ ਵਰਗੇ ਆਮ ਲੋਕ, ਅਮਰਤਾ ਅਤੇ ਨਿਰਮਾਤਾ ਨੇ ਸਭ ਨੂੰ ਨਿਯਮਾਂ ਦੀ ਕਿਤਾਬ, ਇੱਕ ਪੱਥਰ ਅਤੇ ਔਜ਼ਾਰਾਂ ਦਾ ਝੋਲਾ ਦੇ ਦਿੱਤਾ ਗਿਆ। ਸੀਮਤ ਸਮਾਂ ਮੁੱਕਣ ਤੋਂ ਪਹਿਲਾਂ ਸਾਨੂੰ ਹਰੇਕ ਨੂੰ ਉਸ ਨੂੰ ਰੁਕਾਵਟ ਜਾਂ ਪੌੜੀ ਦਾ ਆਕਾਰ ਦੇਣਾ ਪਵੇਗਾ। ਜਦੋਂ ਤੱਕ ਤੁਹਾਨੂੰ ਆਪਣੀ ਰਹੱਸਮਈ ਅੰਦਰੂਨੀ ਤਾਕਤ ਤੱਕ ਪਹੁੰਚਣ ਦਾ ਰਸਤਾ ਮਿਲ ਜਾਏ, ਤਦ ਉਸ ਨੂੰ ਖੋਜਦੇ ਰਹੋ। ਜਦੋਂ ਤੁਹਾਨੂੰ ਰਸਤਾ ਮਿਲ ਜਾਏਗਾ ਤਾਂ ਤੁਹਾਨੂੰ ਆਪਣਾ ਸੱਚਾ ਸਰੂਪ ਵੀ ਮਿਲ ਜਾਏਗਾ, ਜੋ ਤੁਹਾਨੂੰ ਸਫਲਤਾ ਵੱਲ ਲੈ ਜਾਏਗਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੀ ਕਰਦੇ ਹੋ, ਚਾਹੇ ਤੁਸੀਂ ਜ਼ਿਆਦਾ ਅੱਛੀ ਚੂਹੇਦਾਨੀ ਬਣਾਉਂਦੇ ਹੋ, ਜ਼ਿਆਦਾ ਚੰਗੀਆਂ ਕਿਤਾਬਾਂ ਲਿਖਦੇ ਹੋ, ਜ਼ਿਆਦਾ ਅੱਛੇ ਉਪਦੇਸ਼ ਦਿੰਦੇ ਹੋ। ਦੁਨੀਆ ਤੁਹਾਡੇ ਦਰਵਾਜ਼ੇ 'ਤੇ ਭੱਜਦੀ ਆਏਗੀ, ਤੁਹਾਨੂੰ ਪਹਿਚਾਣੇਗੀ ਅਤੇ ਲੋੜੀਂਦੇ ਇਨਾਮ ਦੇਵੇਗੀ। ਇਸ ਗੱਲ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਹੋ, ਕੀ ਹੋ, ਜਾਂ ਤੁਸੀਂ ਅਤੀਤ ਵਿੱਚ ਕਿੰਨੀ ਵਾਰ ਹੋਰ ਕਿਸ ਤਰ੍ਹਾਂ ਅਸਫਲ ਹੋਏ ਹੋ। ਤੁਸੀਂ ਅਤੀਤ ਵਿੱਚ ਅਸਫਲ ਹੋ ਗਏ ਹੋ, ਉਸ ਨਾਲ ਕੀ ਫਰਕ ਪੈਂਦਾ ਹੈ। ਐਡੀਸਨ, ਹੈਨਰੀ ਫੋਰਡ, ਰਾਈਟ ਬੰਧੂ, ਐਂਡਰਿਊ ਕਾਰਨੇਗੀ ਅਤੇ ਅਮਰੀਕੀ ਜੀਵਨ ਸ਼ੈਲੀ ਸਥਾਪਿਤ ਕਰਨ ਵਿੱਚ ਮਦਦ ਕਰਨ ਵਾਲੇ ਸਾਰੇ ਮਹਾਨ ਅਮਰੀਕੀ ਲੀਡਰਜ਼ ਬਾਰ-ਬਾਰ ਅਸਫਲ ਹੋਏ ਸਨ। ਅਸਫਲਤਾ ਉਹਨਾਂ ਦੇ ਰਾਹ ਵਿੱਚ ਕਦੀ ਨਾ ਕਦੀ, ਕਿਤੇ ਨਾ ਕਿਤੇ ਆਈ ਸੀ, ਪਰ ਉਹਨਾਂ ਨੇ ਇਸ ਨੂੰ ਅਸਫਲਤਾ ਨਹੀਂ ਬਲਕਿ ਅਸਥਾਈ ਹਾਰ ਦਾ ਨਾਂ ਦਿੱਤਾ ਹੈ। ਮੁਸ਼ਕਲਾਂ ਸਾਹਮਣੇ ਆਉਣ 'ਤੇ ਕੋਈ ਵੀ ਮੈਦਾਨ ਛੱਡ ਸਕਦਾ ਹੈ। ਜਦੋਂ ਅਸਥਾਈ ਹਾਰ ਹਾਵੀ ਹੁੰਦੀ ਹੈ ਤਾਂ ਕੋਈ ਵੀ ਦੁਖੀ ਹੋ ਸਕਦਾ ਹੈ, ਪਰ ਜੋ ਲੋਕ ਹਿੰਮਤ ਨਹੀਂ ਹਾਰਦੇ ਉਹੀ ਮਹਾਨ ਬਣਦੇ ਹਨ। ਉਸ ਅੰਦਰੂਨੀ ਸ਼ਕਤੀ ਤੱਕ ਸਵੈ ਤਰਸ ਦੇ ਰਾਹ ਰਾਹੀਂ ਨਹੀਂ ਪਹੁੰਚਿਆ ਜਾ ਸਕਦਾ। ਉੱਥੇ ਡਰ, ਬੁਜ਼ਦਿਲੀ ਜਾਂ ਸੰਕੋਚ ਰਾਹੀਂ ਵੀ ਨਹੀਂ ਪਹੁੰਚਿਆ ਜਾ ਸਕਦਾ। ਉੱਥੇ ਈਰਖਾ ਅਤੇ ਨਫ਼ਰਤ ਰਾਹੀਂ ਵੀ ਨਹੀਂ ਪਹੁੰਚਿਆ ਜਾ ਸਕਦਾ। ਉੱਥੇ ਲੋਭ ਜਾਂ ਲਾਲਚ ਨਾਲ ਵੀ ਨਹੀਂ ਪਹੁੰਚਿਆ ਜਾ ਸਕਦਾ। ਨਹੀਂ, ਤੁਹਾਡਾ ਸੱਚਾ ਸਰੂਪ ਇਹਨਾਂ ਨਕਾਰਾਤਮਕ ਗੱਲਾਂ ਉੱਪਰ ਧਿਆਨ ਨਹੀਂ ਦਿੰਦਾ। ਇਹ ਸਿਰਫ ਉਸ ਦਿਮਾਗ ਰਾਹੀਂ ਪ੍ਰਗਟ ਹੁੰਦਾ ਹੈ ਜਿਸ ਵਿੱਚੋਂ ਸਾਰੀਆਂ ਨਕਾਰਾਤਮਕ ਮਾਨਸਿਕ ਸੋਚਾਂ ਨੂੰ ਸਾਫ਼ ਕਰਕੇ ਕੱਢ ਦਿੱਤਾ ਗਿਆ ਹੋਵੇ। ਇਹ ਉਸ ਦਿਮਾਗ ਵਿੱਚ ਰਹਿੰਦਾ ਹੈ ਜਿਸ ਨੂੰ ਵਿਸ਼ਵਾਸ ਦਾ ਮਾਰਗਦਰਸ਼ਨ ਹਾਸਲ ਹੋਵੇ। ਇਹ ਸਫਲਤਾ ਦੀ ਕੋਈ ਫਿਲਾਸਫੀ ਨਹੀਂ ਹੈ, ਇਹ ਤਾਂ ਪੁਰਾਣੇ ਅਤੇ ਅਜ਼ਮਾਏ ਹੋਏ ਸਿਧਾਂਤਾਂ ਦਾ ਸਮੂਹ ਹੈ। ਇਹ ਸਿਧਾਂਤ ਅਟੱਲ ਹਨ ਅਤੇ ਉਸ ਅੰਦਰੂਨੀ ਸ਼ਕਤੀ ਤੱਕ ਲੈ ਜਾ ਸਕਦੇ ਹਨ ਜੋ ਪਹਾੜ ਹਿਲਾਉਂਦੀ ਹੈ। ਮਹਾਨ ਲੀਡਰਜ਼ ਪੈਦਾ ਕਰਨ ਵਾਲੀ ਸ਼ਕਤੀ ਹਰ ਯੁੱਗ ਵਿੱਚ ਰਹੀ ਹੈ ਅਤੇ ਅੱਜ ਵੀ ਮੌਜੂਦ ਹੈ। ਇਹ ਜੀਵਨ ਦੇ ਹਰ ਖੇਤਰ ਵਿੱਚ ਹੈ। ਜਿਨ੍ਹਾਂ ਲੋਕਾਂ ਵਿੱਚ ਭਵਿੱਖੀ ਨਜ਼ਰੀਆ ਅਤੇ ਵਿਸ਼ਵਾਸ ਨਹੀਂ ਹੁੰਦਾ, ਉਹ ਅਗਿਆਨ, ਅੰਧ ਵਿਸ਼ਵਾਸ ਅਤੇ ਡਰ ਨੂੰ ਹਰਾ ਕੇ ਦੁਨੀਆ ਵਿੱਚ ਆਪਣਾ ਨਾਂ ਰੋਸ਼ਨ ਕਰਦੇ ਹਨ। ਇਹ ਸ਼ਕਤੀ ਕੋਈ ਚਮਤਕਾਰ ਨਹੀਂ ਕਰਦੀ ਬਲਕਿ ਸਾਡੀਆਂ ਰੋਜ਼ਾਨਾ ਲੋੜਾਂ ਦੇ ਉਲਟ ਕੰਮ ਕਰਦੀ ਹੈ ਅਤੇ ਮਨੁੱਖ ਜਾਤੀ ਦੇ ਲਾਭ ਲਈ ਵਰਤੀ ਸੇਵਾ ਦੇ ਹਰ ਰੂਪ ਵਿੱਚੋਂ ਝਲਕਦੀ ਹੈ। ਇਸ ਦੇ ਕਈ ਨਾਮ ਹਨ, ਪਰ ਨਾਮ ਨਾਲ ਕੁਦਰਤ ਨਹੀਂ ਬਦਲਦੀ। ਇਹ ਸਿਰਫ ਇੱਕ ਮਾਧਿਅਮ ਨਾਲ ਕੰਮ ਕਰਦੀ ਹੈ ਅਤੇ ਉਹ ਹੈ ਦਿਮਾਗੀ। ਇਹ ਵਿਚਾਰਾਂ, ਯੋਜਨਾਵਾਂ ਅਤੇ ਉਦੇਸ਼ਾਂ ਵਿੱਚ ਪ੍ਰਗਟ ਹੁੰਦੀ ਹੈ ਅਤੇ ਇਸ ਬਾਰੇ ਸਭ ਤੋਂ ਚੰਗੀ ਗੱਲ ਇਹ ਕਹੀ ਜਾ ਸਕਦੀ ਹੈ ਕਿ ਇਹ ਹਵਾ ਵਾਂਗ ਮੁਫ਼ਤ ਅਤੇ ਬ੍ਰਹਿਮੰਡ ਦੀ ਤਰ੍ਹਾਂ ਵਿਸ਼ਾਲ ਹੈ। ਅਗਰ ਤੁਸੀਂ ਇਸ ਪੁਸਤਕ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।